ਬਿਸਮਿल्लाहिर्रहमानिर्रहीम ਤੇ अस्सलाम वालेकुम। 26 ਮਈ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾਂ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਖਬਰ ਤੇ ਚਾਨਣ ਪਾਉਣ ਤੋਂ ਪਹਿਲੇ ਤੁਹਾਡੇ ਸਾਹਮਣੇ ਗੁਜ਼ਾਰਿਸ਼ ਕਰਨੀ ਹੈ ਕਿ ਅਸੀਂ ਇੱਕ ਅੰਗਰੇਜ਼ੀ ਡਾਕੂਮੈਂਟਰੀ ਵੀਲੌਗ ਕੀਤਾ ਜਿਹਦੇ ਵਿੱਚ ਕੁਝ ਅਹਿਮ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਜਵਾਬ ਅਸੀਂ ਇਹ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਇੰਡੀਆ ਨੇ ਪਾਕਿਸਤਾਨ ਤੇ ਮਿਜ਼ਾਈਲ ਮਾਰੇ। ਪਾਕਿਸਤਾਨ ਤੇ ਇੰਡੀਆ ਦੀ ਇੱਕ ਅੰਡਰਸਟੈਂਡਿੰਗ ਹੈ ਦੋਵਾਂ ਦੀ ਆਪਸ ਦੇ ਵਿੱਚ, ਕਿਉਂਕਿ ਦੋਨੋਂ ਐਟਮੀ ਮੁਲਕ ਨੇ ਔਰ ਇਹਨਾਂ ਦੀ ਇੱਕ ਅੰਡਰਸਟੈਂਡਿੰਗ ਡਿਵੈਲਪ ਹੋਈ 2002 2007 ਔਰ ਔਨਵਰਡ ਇਹ ਚੱਲਦੀ ਆ ਰਹੀ ਹੈ ਕਿ ਅਸੀਂ ਜਦੋਂ ਵੀ ਆਪਣੇ ਮੁਲਕ 'ਚ ਮਿਜ਼ਾਈਲ ਦਾ ਤਜਰਬਾ ਕਰਾਂਗੇ ਜਾਂ ਮਿਜ਼ਾਈਲ ਫਾਇਰ ਕਰਾਂਗੇ ਤੇ ਇੱਕ ਦੂਜੇ ਨੂੰ ਦੱਸਾਂਗੇ। ਉਹਦੀ ਵਜ੍ਹਾ ਕੀ ਹੈ ਕਿ ਅਗਰ ਇਹ ਇੱਥੇ ਤਜਰਬਾ ਕਰਨ ਲਈ ਫਾਇਰ ਕਰਨ ਤੇ ਉਹ ਸਮਝ ਲਏ ਕਿ ਐਟਮੀ ਮਿਜ਼ਾਈਲ ਛੱਡ ਦਿੱਤਾ ਤੇ ਉਹ ਉੱਥੋਂ ਛੱਡ ਨਾ ਦੇਣ ਕਿਉਂਕਿ ਐਟਮੀ ਮੁਲਕ ਨੇ ਤੇ ਤਬਾਹੀ ਹੋ ਜਾਣੀ ਹੈ। ਇਸ ਦੀ ਗਲਤ ਫਹਿਮੀ ਤੋਂ ਬਚਣ ਵਾਸਤੇ ਇਹਨਾਂ ਨੇ ਇੱਕ ਦੂਜੇ ਦੇ ਨਾਲ ਕਿਹਾ ਕਿ ਅਸੀਂ ਇੱਕ ਦੂਜੇ ਨੂੰ ਟਾਈਮ, ਵਕਤ, ਮੁਕਾਮ, ਕਿੱਥੋਂ ਛੱਡਣਾ, ਕਿੱਥੇ ਜਾਣਾ ਹੈ ਦੱਸਾਂਗੇ। ਇਹ ਤਾਂ ਹੋ ਗਈ ਅੰਡਰਸਟੈਂਡਿੰਗ। ਇਸੇ ਚੱਕਰ 'ਚ ਜਿਹੜੇ ਇੰਡੀਆ ਦੇ ਜਿਹੜੇ ਫੋਰਨ ਮਿਨਿਸਟਰ ਨੇ ਜੈ ਸ਼ੰਕਰ, ਉਹਨਾਂ ਨੇ ਕਿਹਾ ਕਿ ਅਸੀਂ ਹਮਲਾ ਕਰਨ ਤੋਂ ਪਹਿਲਾਂ ਪਾਕਿਸਤਾਨ ਨੂੰ ਦੱਸਿਆ ਸੀ। ਹੁਣ ਉਹਨਾਂ ਦਾ ਜਿਹੜਾ ਬਿਆਨ ਹੈ ਤੇ ਜਿਹੜੀ ਪਾਕਿਸਤਾਨ ਦਾ ਇੰਤਜ਼ਾਮ ਹੈ, ਪਾਕਿਸਤਾਨ ਇੰਡੀਆ ਦਾ ਜਿਹੜੀ ਅੰਡਰਸਟੈਂਡਿੰਗ ਹੈ, ਇਹ ਦੋਨੋਂ ਗੱਲਾਂ ਇੱਕ ਦੂਜੇ ਦੇ ਨਾਲ ਇਕੱਠੀਆਂ ਹੁੰਦੀਆਂ ਨੇ, ਸਮਝ ਆਉਂਦੀ ਹੈ। ਕਿਉਂਕਿ ਇੰਡੀਆ ਉਂਝ ਮਿਜ਼ਾਈਲ ਮਾਰੇ ਤੇ ਪਾਕਿਸਤਾਨ ਅੱਗੋਂ ਸਮਝ ਲਿਆ ਕਿ ਐਟਮੀ ਮਾਰਿਆ ਤੇ ਇੱਧਰੋਂ ਐਟਮੀ ਛੱਡ ਦੇਣ ਫਿਰ ਕੀ ਬਣੇਗਾ, ਤੇ ਗੱਲ ਸਮਝ ਆਉਂਦੀ ਹੈ। ਲੇਕਿਨ ਜਦੋਂ ਇਹ ਹੀ ਸਵਾਲ DG ISPR ਦੇ ਕੋਲੋਂ ਪੁੱਛਿਆ ਤੇ ਉਹਨਾਂ ਨੇ ਇਹਦਾ ਜਵਾਬ ਨਹੀਂ ਦਿੱਤਾ। ਉਹਨਾਂ ਨੇ ਗੱਲ ਘੁਮਾ ਦਿੱਤੀ ਇੱਧਰ ਉੱਧਰ। ਉਹਨਾਂ ਨੇ ਦੱਸਿਆ ਕਿ ਸਾਨੂੰ ਦੱਸਿਆ ਸੀ ਕਿ ਨਹੀਂ। ਹੁਣ ਸਾਡੇ ਕੁਝ ਸਵਾਲ ਨੇ। ਅਗਰ ਇੰਡੀਆ ਨੇ ਦੱਸ ਕੇ ਸੁੱਟੇ ਨੇ ਤੇ ਅਸੀਂ ਉਹਨਾਂ ਨੂੰ ਵਾਪਸ, ਸਾਨੂੰ ਪਤਾ ਸੀ ਉਹ ਆ ਰਹੇ ਨੇ, ਫਿਰ ਵੀ ਅਸੀਂ ਤਬਾਹ ਨਹੀਂ ਕੀਤੇ। ਕਿਉਂ ਨਹੀਂ ਕੀਤੇ? ਕੀ ਸਾਡੇ 'ਚ ਕੈਪੇਬਿਲਿਟੀ ਨਹੀਂ? ਅਗਰ ਸਾਡੇ 'ਚ ਸੁੱਟਣ ਦੀ ਕੈਪੇਬਿਲਿਟੀ ਨਹੀਂ ਸੀ ਅੱਗੋਂ ਰੋਕਣ ਦੀ, ਤੇ ਇਹ ਤਾਂ ਹੋਰ ਵੀ ਖਤਰਨਾਕ ਕੰਮ ਹੈ। ਇੰਡੀਆ ਨੂੰ ਪਤਾ ਲੱਗ ਗਿਆ ਅਗਲੀ ਵਾਰੀ ਉਹ ਐਟਮੀ ਨਾ ਮਾਰਦਾ ਕਿਤੇ। ਔਰ ਅਗਰ ਸਾਡੇ 'ਚ ਕੈਪੇਬਿਲਿਟੀ ਹੈ ਸੀ ਤੇ ਅਸੀਂ ਫਿਰ ਵੀ ਨਹੀਂ ਸੁੱਟੇ, ਫਿਰ ਵੀ ਬੜੀ ਖਰਾਬ ਗੱਲ ਹੈ। ਕਿਉਂਕਿ ਇਹਦਾ ਮਤਲਬ ਇਹ ਹੋਇਆ ਕਿ ਫਿਰ ਜਿਹੜੇ ਥੱਲੇ ਉਹਨਾਂ ਮਿਜ਼ਾਈਲਾਂ ਦੀ ਵਜ੍ਹਾ ਤੋਂ 31-35 ਲੋਕ ਸ਼ਹੀਦ ਹੋਏ, ਉਹਨਾਂ ਦਾ ਖੂਨ ਕਿਹਦੇ ਹੱਥਾਂ 'ਤੇ ਫਿਰ ਤਲਾਸ਼ ਕਰੀਏ। ਦੂਜੀ ਗੱਲ ਇਹ ਕਿ ਅਗਰ ਉਹਨਾਂ ਨੇ ਸਾਨੂੰ ਦੱਸਿਆ ਸੀ ਔਰ ਸਾਡੇ 'ਚ ਕੈਪੇਬਿਲਿਟੀ ਵੀ ਸੀ ਔਰ ਅਸੀਂ ਫਿਰ ਨਹੀਂ ਰੋਕੇ, ਤੇ ਫਿਰ ਕਿਉਂ ਨਹੀਂ ਰੋਕੇ? ਅਸੀਂ ਇੰਡੀਆ 'ਤੇ ਐਡਾ ਟਰਸਟ ਕਿਵੇਂ ਕਰ ਲਿਆ ਕਿ ਉਹ ਜਿਹੜੇ ਮਿਜ਼ਾਈਲ ਸਨ ਉਹ ਸਾਦਾ ਨੇ, ਐਟਮੀ ਨਹੀਂ ਹੈਗੇ? ਔਰ ਤੀਸਰੀ ਗੱਲ, ਅਗਰ ਦੱਸਿਓ ਬਗੈਰ ਛੱਡੇ ਨੇ ਇੰਡੀਆ ਨੇ, ਤੇ ਇੰਡੀਆ ਨੇ ਐਡਾ ਵੱਡਾ ਰਿਸਕ ਕਿਸ ਤਰ੍ਹਾਂ ਲੈ ਲਿਆ ਕਿ ਇੱਕ ਐਟਮੀ ਮੁਲਕ 'ਤੇ ਮਿਜ਼ਾਈਲ ਮਾਰੇ ਨੇ। ਉਹ ਅਗਰ ਇਹਨੂੰ ਨਿਊਕਲੀਅਰ ਹਮਲਾ ਸਮਝ ਕੇ ਵਾਪਸ ਕਰ ਦਿੰਦਾ ਫਿਰ ਕੀ ਬਣਦਾ? ਤੇ ਇਹ ਬੜੇ ਅਹਿਮ ਸਵਾਲ ਨੇ। ਇਹ ਅਸੀਂ ਅੱਜ ਦੇ ਆਪਣੇ ਇੰਗਲਿਸ਼ ਡਾਕੂਮੈਂਟਰੀ ਵੀਲੌਗ ਦੇ ਵਿੱਚ ਜ਼ਰੂਰ ਰੱਖੇ ਨੇ। ਉਹਨੂੰ ਵੇਖੋ ਵੀ ਜ਼ਰੂਰ ਤੇ ਅੱਗੇ ਆਪਣੇ ਦੋਸਤਾਂ ਨੂੰ WhatsApp 'ਤੇ ਵੀ ਭੇਜੋ। ਅਸੀਂ ਆਪਣੇ WhatsApp ਚੈਨਲ 'ਤੇ ਉਹਦਾ ਲਿੰਕ ਤੁਹਾਨੂੰ ਘੱਲਿਆ ਹੈ। ਜੇ ਹਜੇ ਤੱਕ WhatsApp ਚੈਨਲ ਨਹੀਂ ਰਜਿਸਟਰ ਕੀਤਾ ਤੇ ਉਹਦੇ 'ਤੇ ਜੁਆਇਨ ਨਹੀਂ ਕੀਤਾ ਤਾਂ ਜ਼ਰੂਰ ਕਰੋ। 1,04,000 ਬੰਦੇ ਤਕਰੀਬਨ ਉਹਦੇ 'ਤੇ ਹੈ ਨੇ ਹੁਣ। ਸਾਡੇ WhatsApp ਚੈਨਲ ਨੂੰ ਜੁਆਇਨ ਕਰੋ। ਤੇ ਅਗਰ ਤੁਹਾਨੂੰ ਉੱਥੇ ਇੰਟੀਮੇਸ਼ਨ ਨਹੀਂ ਆਉਂਦੀ ਤੇ ਉੱਤੇ ਸੱਜੇ ਹੱਥ ਘੰਟੀ ਦਾ ਬਟਨ ਹੈ, ਉਹਨੂੰ ਦੱਬੋ, ਉਹਦੇ ਉੱਤੇ ਕਾਂਟਾ ਲੱਗਾ, ਉਹ ਕਾਂਟਾ ਖਤਮ ਕਰੋਗੇ ਤੇ ਇਹਦਾ ਮਤਲਬ ਹੈ ਕਿ ਤੁਹਾਨੂੰ ਹੁਣ ਨੋਟੀਫਿਕੇਸ਼ਨ ਆਉਣਗੇ, ਇੰਟੀਮੇਟ ਕਰੇਗਾ ਜਿਸ ਵੇਲੇ ਉੱਥੇ ਤੁਹਾਨੂੰ ਕੋਈ ਵੀ ਚੀਜ਼ ਭੇਜਾਂਗੇ। ਉੱਥੇ ਵੀ ਅਸੀਂ ਲਿੰਕ ਭੇਜਿਆ ਹੋਇਆ ਤੇ ਇਸ ਵੀਲੌਗ ਦੀ ਡਿਸਕ੍ਰਿਪਸ਼ਨ 'ਚ ਵੀ ਤੇ ਕਮੈਂਟਸ 'ਚ ਵੀ ਰੱਖ ਦਿਆਂਗੇ। ਤੇ ਇਹ ਜ਼ਰੂਰ ਵੀਲੌਗ ਵੇਖੋ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਇਹ ਹੈ ਕਿ ਬਾਜੀ ਦੀ ਪੂਰੀ ਪਾਰਟੀ ਜਿਹੜੀ ਹੈ ਉਹ ਮੋਦੀ ਨੂੰ ਪਾਕਿਸਤਾਨੀਆਂ ਤੋਂ ਬਿਹਤਰ ਸਮਝਦੀ ਹੈ। ਉਹ ਇਹ ਸਮਝਦੇ ਨੇ ਕਿ ਮੋਦੀ ਨੇ ਪਾਕਿਸਤਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਿਹੜਾ ਪਾਕਿਸਤਾਨ ਦੇ ਨੌਜਵਾਨਾਂ ਨੇ ਜਾਂ ਪਾਕਿਸਤਾਨ ਦੀ ਖਵਾਤੀਨ ਨੇ ਪਹੁੰਚਾਇਆ ਹੈ। ਇਹ ਬਾਜੀ ਨੇ ਤਾਂ ਕਿਹਾ ਹੀ ਸੀ ਹੁਣ ਬੇਇਖਤਿਆਰ ਵਲੀ, ਨਾ ਤਾਂ ਉਹਨਾਂ ਦਾ ਇਖਤਿਆਰ ਵਲੀ ਹੈ ਲੇਕਿਨ ਉਹ ਵਿਚਾਰੇ ਬੇਇਖਤਿਆਰ ਨੇ। ਬੇਇਖਤਿਆਰ ਵਲੀ ਸਾਹਿਬ ਜਿਹੜੇ KP ਤੋਂ ਇਹਨਾਂ ਦੇ ਇੱਕ ਰਿਪਰੈਜ਼ੈਂਟੇਟਿਵ ਨੇ, ਉਹਨਾਂ ਨੇ ਟੈਲੀਵਿਜ਼ਨ 'ਤੇ ਕਿਹਾ ਹੈ ਕਿ ਮਰੀਮ ਨਵਾਜ਼ ਨੇ ਮੋਦੀ ਦਾ ਦਿਫਾ ਨਹੀਂ ਕੀਤਾ ਜਿਸ ਵੇਲੇ ਉਹਨੇ ਇਹ ਕਿਹਾ ਹੈ ਕਿ 9 ਮਈ ਜਿਹੜੀ ਉਹ ਜ਼ਿਆਦਾ ਖਤਰਨਾਕ ਸੀ, 7 ਮਈ ਘੱਟ ਖਤਰਨਾਕ ਸੀ। ਇੰਡੀਆ ਦੇ ਮਿਜ਼ਾਈਲਾਂ ਨੇ ਉਹ ਕੰਮ ਨਹੀਂ ਕੀਤਾ ਜੋ 9 ਮਈ ਨੇ ਕਰ ਦਿੱਤਾ। ਹਾਲਾਂਕਿ ਇੰਡੀਆ ਨੇ ਕੋਈ 100 ਪਾਕਿਸਤਾਨੀ ਸ਼ਹੀਦ ਕਰ ਦਿੱਤੇ ਔਰ ਸਾਡਾ ਵੀ ਔਰ ਆਪਣਾ ਵੀ ਅਰਬਾਂ ਡਾਲਰਾਂ ਦਾ ਨੁਕਸਾਨ ਕੀਤਾ। ਔਰ 9 ਮਈ ਵਾਲੇ ਦਿਨ ਜਿਹੜਾ ਉਹ ਪਾਕਿਸਤਾਨ ਤਹਿਰੀਕ ਇਨਸਾਫ ਦੇ ਤੇ 25 ਲੋਕਾਂ ਨੂੰ ਸ਼ਹੀਦ ਕੀਤਾ ਗਿਆ। ਦੂਸਰੇ ਪਾਸਿਓਂ ਕਿਸੇ ਇੱਕ ਬੰਦੇ ਨੂੰ ਸੱਟ ਵੀ ਨਹੀਂ ਲੱਗੀ। ਤੇ ਤੁਸੀਂ ਇੱਥੋਂ ਆਪ ਹਿਸਾਬ ਲਾ ਲਓ ਕਿ ਉਹ ਕਿੱਡਾ ਵੱਡਾ ਜਾਲੀ ਪੂਰੇ ਦਾ ਪੂਰਾ ਆਪਰੇਸ਼ਨ ਜਿਹੜਾ ਉਹ ਕੀਤਾ ਗਿਆ ਸੀ ਤਹਿਰੀਕ ਇਨਸਾਫ ਦੇ ਖਿਲਾਫ। ਲੇਕਿਨ ਉਹ ਕਹਿੰਦੇ ਨੇ ਕਿ PTI ਜਿਹੜੀ ਉਹ ਜ਼ਿਆਦਾ ਖਤਰਨਾਕ ਹੈ ਹਿੰਦੁਸਤਾਨ ਤੋਂ ਵੀ, ਕਿਉਂਕਿ PTI ਨੇ ਅਤੇ ਪਾਕਿਸਤਾਨ ਦੇ GHQ ਤੱਕ ਪਹੁੰਚ ਗਈ ਸੀ ਫੌਜ ਦੇ। ਇੰਡੀਆ ਜਿਹੜਾ ਉਹ GHQ ਤੱਕ ਤੇ ਨਹੀਂ ਪਹੁੰਚਿਆ। ਅੱਛਾ ਜੀ, ਮੰਨ ਲੈਂਦੇ ਗੱਲ GHQ ਤੱਕ ਨਹੀਂ ਪਹੁੰਚਿਆ ਤੇ ਮੈਨੂੰ ਦੱਸੋ ਜਿਹੜਾ ਇੰਡੀਆ ਨੇ ਮਿਜ਼ਾਈਲ ਮਾਰਿਆ ਸਾਡੀਆਂ 에ਅਰ ਬੇਸਾਂ 'ਤੇ ਉਹ GHQ ਨਹੀਂ ਹੈ? GHQ ਸਿਰਫ ਇੱਕ ਬਿਲਡਿੰਗ ਦਾ ਨਾਂ ਹੈ। GHQ ਜ਼ਾਹਿਰ ਹੈ ਮਿਲਟਰੀ ਦਾ ਹੈੱਡਕੁਆਟਰ ਹੈ
ਲੇਕਿਨ ਕੀ ਜਿਹੜੀ 에ਅਰ ਬੇਸ ਦੇ ਉੱਤੇ ਉਹਨਾਂ ਨੇ ਮਿਜ਼ਾਈਲ ਮਾਰੇ ਨੇ, ਜਾਂ ਉਹਨਾਂ ਨੇ ਸਾਡਾ ਰਹੀਮ ਯਾਰ ਖਾਨ ਦਾ ਪੂਰਾ 에ਅਰਪੋਰਟ ਜਿਹੜਾ ਤਬਾਹੀ ਫੇਰ ਦਿੱਤੀ ਹੈ, ਜਾਂ ਉਹਨਾਂ ਨੇ ਦੂਸਰੀਆਂ ਜਿਹੜੀਆਂ 에ਅਰ ਬੇਸਿਸ ਨੇ, ਬੁਲਾਰੀ ਔਰ ਦੂਸਰੀ 에ਅਰ ਬੇਸਿਸ ਜਿੱਥੇ ਸ਼ਹਾਦਤਾਂ ਵੀ ਹੋਈਆਂ ਨੇ, ਉਹਦੇ ਨਾਲੋਂ ਜੇ ਕਿਤੇ ਕੋਈ 2 ਪੱਥਰ ਮਾਰ ਛੱਡੇ ਨੇ, ਬਾਕੀ ਤੇ ਜੋ ਜਲਾਓ ਸਾਰਾ ਕੁਝ ਕੀਤਾ ਉਹ ਸਾਰਿਆਂ ਨੂੰ ਪਤਾ ਕਿਹਨੇ ਕੀਤਾ, ਉਹ ਤੇ ਆਪੇ ਕੀਤਾ ਗਿਆ ਸੀ ਅੰਦਰੋਂ। ਉਹਦੇ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਫਸਾਉਣ ਵਾਸਤੇ ਸਾਰਾ ਕੰਮ ਸੀ। ਤੇ ਇਹ ਇੰਡੀਆ ਹਜੇ ਵੀ ਐਡਾ ਚੰਗਾ ਹੈ, ਤੁਸੀਂ ਇੱਥੋਂ ਆਪ ਹਿਸਾਬ ਲਾ ਲਓ ਕਿ ਇਹਨਾਂ ਦਾ ਜਿਹੜਾ ਇੰਡੀਆ ਦੇ ਨਾਲ ਮੁਹੱਬਤ ਹੈ, ਪਿਆਰ ਹੈ, ਉਹ ਕਿੱਡੀ ਜ਼ਿਆਦਾ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਇੱਕ ਬੜੀ ਹੀ ਦਲੇਰ ਔਰ ਹੀਰੋਇਕ ਖਾਤੂਨ ਦੀ ਰੱਖਣੀ ਹੈ। ਇੱਕ ਡਾਕਟਰ ਹੈ, ਇਸਰਾਈਲੀ ਹਮਲੇ 'ਚ ਇਹ ਜਿਹੜੀ ਖਾਤੂਨ ਡਾਕਟਰ ਅਲਲ ਅੰਜਾਰ ਇਹਨਾਂ ਦਾ ਨਾਂ ਹੈ, ਮੈਂ ਹੋ ਸਕਦਾ ਨਾਂ ਗਲਤ ਪ੍ਰੋਨਾਊਂਸ ਕਰ ਰਿਹਾ ਹਾਂ, ਮੇਰੀ ਮਾਜ਼ਰਤ ਉਸ 'ਤੇ। ਇਹਨਾਂ ਦੇ 10 ਬੱਚੇ ਨੇ, ਜਿਨ੍ਹਾਂ ਦੇ ਵਿੱਚੋਂ 9 ਸ਼ਹੀਦ ਹੋ ਚੁੱਕੇ ਨੇ। 2 ਬੱਚੇ ਇਸ ਵੇਲੇ ਵੀ ਮਲਬੇ ਦੇ ਥੱਲੇ ਦੱਬੇ ਨੇ। ਇਹ ਗਜ਼ਾ ਦੇ ਵਿੱਚ ਡਾਕਟਰ ਨੇ, ਸ਼ੌਹਰ ਔਰ 11 ਸਾਲਾ ਬੇਟਾ ਜ਼ਖਮੀ ਹੈ। ਸ਼ਾਇਦ ਇਹ ਇੱਕੋ ਹੀ ਬੱਚਾ ਬਚਿਆ ਮੇਰੇ ਖਿਆਲ 10 ਦੇ ਵਿੱਚੋਂ, ਉਹ ਵੀ ਜ਼ਖਮੀ ਹੈ। ਤੇ ਬੱਚਿਆਂ ਦੀ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਨੇ 7 ਮਹੀਨੇ ਤੋਂ ਲੈ ਕੇ 12 ਸਾਲ ਤੱਕ ਉਹਨਾਂ ਦੀਆਂ ਉਮਰਾਂ ਸਨ, ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਹ ਹੋ ਰਿਹਾ ਜੇ ਗਜ਼ਾ ਦੇ ਵਿੱਚ। ਔਰ ਮੁਸਲਮਾਨ ਹੁਕਮਰਾਨ ਜਿੰਨੇ ਵੀ ਨੇ, ਉਹ ਕੋਈ ਇੱਕ ਪੱਪੀ ਇੱਧਰ ਦੇਣ ਡਿਆ, ਇੱਕ ਇੱਧਰ ਦੇਣ ਡਿਆ, ਜਹਾਜ਼ ਤੋਹਫੇ 'ਚ ਦਿੱਤੇ ਜਾ ਰਹੇ ਨੇ, ਪਤਾ ਨਹੀਂ ਕੀ ਕੁਝ ਕੀਤਾ ਜਾ ਰਿਹਾ, ਲੇਕਿਨ ਇਹਨਾਂ ਵਾਸਤੇ ਬੋਲਣ ਨੂੰ ਕੋਈ ਤਿਆਰ ਨਹੀਂ। ਔਰ ਦੁਕਾਨ ਸਾਹਿਬ ਵੀ ਕੋਈ ਨਹੀਂ ਬੋਲ ਰਿਹਾ ਇਹਦੇ ਉੱਤੇ, ਮਾਜ਼ਰਤ ਦੇ ਨਾਲ ਕੋਈ ਵੀ ਨਹੀਂ ਬੋਲਣ ਡਿਆ, ਸਾਰੇ ਖਾਮੋਸ਼ ਨੇ ਔਰ ਇਹ ਕੰਮ ਹੋ ਰਿਹਾ। ਅੱਛਾ, ਮਾਜ਼ੀ ਦੇ ਵਿੱਚ ਅਰਦਗਾਨ ਸਾਹਿਬ ਬਿਆਨ ਦਿੰਦੇ ਸੀ, ਹੁਣ ਉਹ ਬਿਆਨ ਵੀ ਨਹੀਂ ਦਿੰਦੇ। ਹੁਣ ਉਹਨਾਂ ਨੇ ਵੀ ਸਾਇਲੈਂਟ ਮੋਡ ਔਨ ਕੀਤਾ, ਉਹਨਾਂ ਨੂੰ ਵੀ ਕੋਈ ਇਹਦੇ ਨਾਲ ਖਾਸ ਲੈਣ ਦੇਣ ਨਜ਼ਰ ਨਹੀਂ ਆਉਂਦਾ। ਤੇ ਅਗਰ ਅੱਜ ਮੈਂ ਬਾਰ-ਬਾਰ ਇਹ ਕਹਿਣਾ, ਸ਼ਾਇਦ ਤੁਹਾਨੂੰ ਲੱਗਦਾ ਹੋਵੇ ਕਿ ਐਵੇਂ ਬਸ ਮੈਂ ਮਸ਼ਹੂਰੀ ਲਈ ਕਹਿਣਾ, ਨਹੀਂ, ਇਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ ਕਿ ਅਗਰ ਇਮਰਾਨ ਖਾਨ ਜੇਲ੍ਹ ਤੋਂ ਬਾਹਰ ਹੁੰਦੇ ਤੇ ਅੱਜ ਇਹਨਾਂ ਵਾਸਤੇ ਪੂਰੀ ਆਵਾਜ਼ ਨਾਲ, ਪੂਰੇ ਕੱਦ ਨਾਲ ਇਹਨਾਂ ਲਈ ਆਵਾਜ਼ ਉਠਾਉਂਦੇ। ਇਹ ਜਿਹੜੇ ਮਾਸੂਮ ਨੇ, ਇਹਨਾਂ ਲਈ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਜੋ ਵੀ ਇਹਨਾਂ ਦੀ ਮਦਦ ਲਈ ਕਰ ਸਕਦੇ ਹਾਂ, ਆਪਣੀ ਮਤਲਬ ਕੋਈ ਚੰਦਾ ਦੇ ਸਕਦੇ ਹਾਂ, ਇਹ ਜਿਹੜੀ ਖੁਰਾਕ ਦੇ ਸਕਦੇ, ਜਿਹੜੇ ਲੋਕ ਮਾਸੂਮ ਬੱਚੇ ਨੇ, ਮਾਸੂਮ ਲੋਕ ਨੇ, ਇਹਨਾਂ ਵਾਸਤੇ ਇਹ ਸਾਨੂੰ ਹੀਲਾ ਕਰਨਾ ਚਾਹੀਦਾ ਜ਼ਰੂਰ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਰੱਖਦੇ ਹਾਂ ਕਿ ਸਾਡੇ ਜਿਹੜੇ ਚਾਚਾ ਨਿੱਕਾ, ਉਹ 4 ਮੁਲਕਾਂ ਦੇ ਦੌਰੇ 'ਤੇ ਚਲੇ ਗਏ ਨੇ ਜੀ। ਇੱਕ ਪਾਸੇ ਇੰਡੀਆ ਪੂਰੀ ਦੁਨੀਆ ਦੇ ਵਿੱਚ ਆਪਣੇ ਵਫਦ ਭੇਜ ਰਿਹਾ, ਪਾਣੀ ਉਹਨਾਂ ਸਾਡਾ ਡੱਕ ਛੱਡਿਆ। DG ISPR ਸਾਹਿਬ ਕਹਿੰਦੇ ਸਨ ਵੀ ਜੇ ਸਾਡਾ ਪਾਣੀ ਡੱਕਿਆ ਤਾਂ ਅਸੀਂ ਤੁਹਾਡਾ ਸਾਹ ਬੰਦ ਕਰ ਦਿਆਂਗੇ। ਪਾਣੀ ਤਾਂ ਉਹਨਾਂ ਨੇ ਸਾਡਾ ਡੱਕ ਦਿੱਤਾ ਹੈ। ਹੁਣ ਵੀਡੀਓਜ਼ ਆ ਗਈਆਂ ਨੇ ਜਿੱਥੇ ਨਜ਼ਰ ਆ ਰਿਹਾ ਕਿ ਹੁਣ ਚਨਾਬ ਜਿਹੜਾ ਉਹ ਤਕਰੀਬਨ ਖੁਸ਼ਕ ਹੋ ਗਿਆ, ਪਾਣੀ ਉਹਨਾਂ ਨੇ ਸਾਡਾ ਡੱਕ ਦਿੱਤਾ ਹੈ। ਐਸੀ ਸੂਰਤ ਹਾਲ 'ਚ ਚਲੋ ਅਸੀਂ ਉਹਨਾਂ ਦਾ ਸਾਹ ਨਹੀਂ ਬੰਦ ਕਰ ਸਕਦੇ, ਕੋਈ ਉਹਨਾਂ ਨਾਲ ਗੱਲਬਾਤ ਹੀ ਕਰ ਲਈਏ, ਕੋਈ ਦੁਨੀਆ ਦੇ ਕਿਸੇ ਮੁਲਕਾਂ ਨਾਲ ਗੱਲ ਕਰ ਲਈਏ, ਲੇਕਿਨ ਅਸੀਂ ਆ ਜਾ ਕੇ ਇਹ ਹੀ 3-4 ਮੁਲਕ ਨੇ, ਤੁਰਕੀ ਹੋ ਗਿਆ, ਆਜ਼ਰਬਾਈਜਾਨ ਹੋ ਗਿਆ, ਜਿਹੜੇ ਸਾਨੂੰ ਪਹਿਲਾਂ ਹੀ ਸਪੋਰਟ ਕਰਦੇ ਨੇ ਮਾੜੀ ਚੰਗੀ, ਉੱਥੇ ਹੀ ਜਾਂਦੇ ਬਾਰ-ਬਾਰ। ਉਹ ਬਈ ਇਹ ਤਾਂ ਸਪੋਰਟ ਕਰਦੇ ਨੇ, ਅਸਲ ਤੇ ਉਹਨਾਂ ਮੁਲਕਾਂ ਨਾਲ ਜਾ ਕੇ ਇੰਗੇਜ ਕਰੋ ਜਿਹੜੇ ਸਾਨੂੰ ਸਪੋਰਟ ਨਹੀਂ ਕਰਦੇ, ਜਾਂ ਜਿੱਥੋਂ ਕੋਈ ਗੱਲ ਕਰਵਾ ਲਈਏ, ਜੇ ਇਹਨਾਂ ਦਾ ਇੰਡੀਆ ਦੇ ਉੱਤੇ ਕੋਈ ਵਜ਼ਨ ਹੋਵੇ, ਇਹਨਾਂ ਦਾ ਵੀ ਸ਼ੁਕਰੀਆ ਅਦਾ ਕਰੋ। ਮੈਂ ਇਹ ਨਹੀਂ ਕਹਿ ਰਿਹਾ ਨਾ ਕਰੋ, ਲੇਕਿਨ ਉਹਨਾਂ ਮੁਲਕਾਂ 'ਚ ਵੀ ਜਾਓ, ਉੱਥੇ ਵੀ ਗੱਲ ਕਰੋ। ਇਹ ਪਾਣੀ ਬੰਦ ਹੋ ਗਿਆ, ਤੁਸੀਂ ਤਾਂ ਉਹਨਾਂ ਦਾ ਸਾਹ ਬੰਦ ਨਹੀਂ ਕਰਨਾ, ਉਹਨਾਂ ਸਾਡਾ ਪਾਣੀ ਬੰਦ ਕਰ ਦਿੱਤਾ। ਇਹ ਤੇ ਕਹਿਤ ਪੈ ਜਾਏਗਾ, ਫਸਲਾਂ ਤਬਾਹ ਹੋ ਜਾਣਗੀਆਂ। ਪਾਣੀ ਉਹਨਾਂ ਆਲਰੇਡੀ ਬੰਦ ਕਰ ਛੱਡਿਆ। ਅਸੀਂ ਲਾਹੌਰ ਦੇ ਵਿੱਚ ਜਸ਼ਨ ਮਨਾਉਂਦੇ ਰਹੇ, ਤੁਸੀਂ ਕੱਲ੍ਹ ਵੇਖਿਆ ਹੀ ਹੈ ਲਾਹੌਰ ਦੇ ਵਿੱਚ ਕੀ। ਅੱਛਾ, ਸਿਰਫ ਅਸੀਂ ਪਾਣੀ ਬੰਦ ਦੇ ਬਾਵਜੂਦ ਜਸ਼ਨ ਨਹੀਂ ਮਨਾ ਰਹੇ, ਦੂਜੇ ਪਾਸੇ 2 ਬੱਚੀਆਂ ਮਜ਼ੀਦ ਸ਼ਹੀਦ ਹੋ ਗਈਆਂ ਨੇ ਖੁਸ਼ਦਾਰ ਵਾਲੇ ਬੱਚਿਆਂ ਦੇ ਵਿੱਚੋਂ। ਉੱਥੇ ਹੁਣ ਸ਼ਹਾਦਤਾਂ ਵੱਧਦੀਆਂ ਜਾ ਰਹੀਆਂ ਨੇ। ਇੱਕ ਪਾਸੇ ਬਲੂਚਿਸਤਾਨ 'ਚ ਲੋਕੀ ਆਪਣੇ ਬੱਚਿਆਂ ਦੇ ਜਨਾਜ਼ੇ ਚੁੱਕਣ ਡਏ ਨੇ, ਅਸੀਂ ਲਾਹੌਰ ਦੇ ਵਿੱਚ ਜਨਾਬ ਕਿੰਨੇ ਜਾਣਾ ਬਿੱਲੋ ਦੇ ਘਰ 'ਤੇ ਮਜਾਜਣ ਤੇ ਪਤਾ ਨਹੀਂ ਕਿਹੜੇ ਗਾਣੇ ਦੇ ਉੱਤੇ ਲਾਚੇ ਪਾ ਕੇ ਤੇ ਜਨਾਬ ਅਸੀਂ ਭੰਗੜੇ ਪਾਉਣ ਡਏ। ਫਿਰ ਅਸੀਂ ਆਨੇ ਵੀ ਉਹ ਪੰਜਾਬੀਆਂ ਦੇ ਨਾਲ, ਪੰਜਾਬੀਆਂ ਨੂੰ ਉਹ ਬੇਹਯਾ ਜਾਂ ਬੇਸ਼ਰਮ ਆਖਦੇ ਨੇ। ਹੁਣ ਉਹ ਜਿਹੜੇ ਡਿਫਰੈਂਸਿਸ ਨੇ KP ਦੇ, ਜਾਂ ਗ੍ਰੀਵੈਂਸਿਸ ਨੇ ਜਿਹੜੇ KP ਦੇ ਪੰਜਾਬੀਆਂ ਦੇ ਨਾਲ, ਜਾਂ ਬਲੂਚਿਸਤਾਨ ਦੇ, ਜਾਂ ਅੰਦਰੂਨ ਸਿੰਧ ਦੇ, ਉਹ ਇਹਨਾਂ ਵਜ੍ਹਾ ਤੋਂ ਹੀ ਨੇ ਵੀ ਉੱਥੇ ਉਹ ਲਾਸ਼ਾਂ ਚੁੱਕਦੇ ਨੇ, ਅਸੀਂ ਇੱਥੇ ਭੰਗੜੇ ਪਾਉਣੇ। ਅਸੀਂ ਬੰਦੇ ਦੇ ਪੁੱਤਰ ਨਹੀਂ ਬਣ ਸਕਦੇ ਥੋੜ੍ਹੀ ਦੇਰ ਵਾਸਤੇ? ਸਾਨੂੰ ਨਹੀਂ ਪਤਾ ਕਿ ਕਿੰਨੀਆਂ ਉੱਥੇ ਸ਼ਹਾਦਤਾਂ ਹੋਈਆਂ ਨੇ, ਮਾਸੂਮ ਬੱਚੇ ਸ਼ਹੀਦ ਹੋਏ ਨੇ। ਅਸੀਂ ਇਹ ਨਾਰਮਲ ਬਣਾ ਦਿੱਤਾ ਕੰਮ, ਡਰੋਨ ਮਾਰੋ, ਉੱਥੇ ਬੱਚੇ ਮਾਰ ਦਿਓ ਜਿੰਨੇ ਮਰਜ਼ੀ, ਫਿਰ ਉਹਨਾਂ ਨੂੰ ਬਾਅਦ ਦੇ ਵਿੱਚ ਪੈਸੇ ਦੇ ਦਿਓ ਘਰ ਵਾਲਿਆਂ ਨੂੰ, ਅਜ਼ੀਜ਼ਾਂ ਨੂੰ, ਤੇ ਬਸ ਜੀ ਕੰਮ ਪੂਰਾ ਹੋ ਗਿਆ। ਅੱਛਾ, ਇਸੇ ਤਰੀਕੇ ਨਾਲ ਬੱਚੇ ਸ਼ਹੀਦ ਹੋ ਗਏ ਨੇ, ਇੱਧਰ ਜਨਾਬ PSL ਤੇ ਭੰਗੜੇ ਪੈ ਰਹੇ, ਕਿਉਂਕਿ ਸੂਟ ਕਰਦਾ ਫੀਲਡ ਮਾਰਸ਼ਲ ਸਾਹਿਬ ਨੂੰ ਇਸ ਵੇਲੇ ਵੀ ਕੌਮ ਜਿਹੜੀ ਹੈ ਜਨਾਬ ਕਵੇ ਕਿ ਨਾਰਮਲ, ਉਹਨਾਂ ਨੇ ਬਸ ਕੌਮ ਨੂੰ ਨਾਰਮਲ ਦਿਖਾਉਣਾ ਕਿ ਸਭ ਨਾਰਮਲ ਹੈ। ਭਾਵੇਂ ਤੁਹਾਡੇ
ਇੱਟ ਨਾ ਇੱਟ ਖੜਕਾ ਦੇਵੇ ਦੁਸ਼ਮਣ ਤੁਹਾਡਾ ਜਿਹੜਾ ਦਹਿਸ਼ਤਗਰਦੀ ਕਰ ਕਰਕੇ ਹਰ ਥਾਂ 'ਤੇ। ਲੇਕਿਨ ਇਹਨਾਂ ਦਾ ਮਕਸਦ ਇਹ ਕਿ ਮੁਲਕ ਨੂੰ ਨਾਰਮਲ ਦਿਖਾਈਏ ਕਿ ਨਾ ਇਮਰਾਨ ਖਾਨ ਦੀ ਕਿਸੇ ਨੂੰ ਪਰਵਾਹ ਹੈ, ਨਾ ਯਾਸਮੀਨ ਰਾਸ਼ਿਦ ਦੀ, ਨਾ ਮਾਸੂਮਾਂ ਦੀ ਕਿਸੇ ਦੀ, ਨਾ ਉਹਨਾਂ ਬੱਚਿਆਂ ਦੀ। ਇੱਥੇ ਭੰਗੜੇ ਪੈ ਰਹੇ ਨੇ। ਅਗਲੇ ਪਾਸਿਓਂ ਉਹ ਸਾਡਾ ਜਿਹੜਾ ਸ਼ਤੂੰਗੜਾ ਮੈਂ ਪਿਆਰ ਨਾਲ ਕਹਿਣ ਡਿਆ, ਇਬਰਾਰੁਲ ਹਕ ਸਾਹਿਬ, ਉਹਨਾਂ ਦੀ ਹਾਲਤ ਵੇਖ ਲਓ, ਉਹਨਾਂ ਨੇ ਕੀ ਕੀਤੀ ਹੈ। ਉਹ ਭਾਈ ਮੇਰੇ, ਤੈਨੂੰ ਇਮਰਾਨ ਖਾਨ ਨੇ ਕਿੰਨੀ ਇੱਜ਼ਤ ਦਿੱਤੀ ਹੈ, 2-3 ਵਾਰੀ ਟਿਕਟ ਦਿੱਤੀ ਹੈ। ਇੱਕ ਐਸਾ ਇਲੈਕਸ਼ਨ ਜਿਹੜਾ ਸ਼ਾਇਦ, ਚਲੋ ਛੱਡੋ ਇਸ ਗੱਲ ਨੂੰ, ਲੇਕਿਨ ਤੁਹਾਨੂੰ ਉਹਨਾਂ ਨੇ 2-3 ਵਾਰੀ ਇੰਨਾ ਇਹਤਰਾਮ ਦਿੱਤਾ ਹੈ, ਤੁਸੀਂ ਹੋਰ ਕੁਝ ਨਹੀਂ ਕਰ ਸਕਦੇ, ਘਰ ਹੀ ਬਹਿ ਜਾਂਦੇ। ਮਤਾਨਤ ਵੀ ਕਿਸੇ ਸ਼ਾਇਦ ਹੈ, ਜੱਟਾਂ ਦਾ ਪੁੱਤਰ ਹੈ, ਯਾਰੀ ਜੱਟ ਦੀ ਤੂਤ ਦਾ ਮੋਛਾ। ਮੇਰਾ ਮਤਲਬ ਯਾਰੀ ਦੇ ਚੱਕਰ 'ਚ ਚਲੋ ਨਿਭਾ ਦਿਓ, ਛੱਡ ਦਿਓ ਸਿਆਸਤ ਨੂੰ। ਚਲੋ ਅਗਰ ਬਹੁਤਾ ਪੰਧ ਪੈ ਗਿਆ, ਨਹੀਂ ਚੁੱਕ ਸਕਦੇ ਤੁਸੀਂ, ਬਹੁਤਾ ਭਾਰ ਨਹੀਂ ਚੁੱਕ ਸਕਦੇ ਮੋਢਿਆਂ 'ਤੇ, ਘਰ ਹੀ ਬਹਿ ਜਾਓ ਥੋੜ੍ਹੀ ਦੇਰ ਵਾਸਤੇ, ਕੀ ਫਰਕ ਪੈ ਜਾਣਾ। ਲੇਕਿਨ ਉਹਨਾਂ ਜਨਾਬ ਨੱਚ ਧਰਤੀ ਹਲਾਈ ਸੀ ਕੱਲ੍ਹ ਉੱਥੇ। ਅਤੇ ਉਸ ਤੋਂ ਬਾਅਦ ਪੰਜਾਬੀਆਂ ਨੂੰ ਗਿਲਾ ਹੈ ਜੀ ਕਿ ਸਾਨੂੰ ਉੱਥੇ ਨਾਪਸੰਦ ਕਰਦੇ ਨੇ। ਮੈਂ ਇਹ ਗੱਲਾਂ ਇਸ ਲਈ ਕਰ ਸਕਦਾ ਕਿ ਮੈਂ ਇੱਕ ਆਪ ਪੰਜਾਬੀ ਹਾਂ। ਕੋਈ ਪਠਾਨ ਕਰੇਗਾ, ਬਲੋਚ ਕਰੇਗਾ, ਸਿੰਧੀ ਕਹੇਗਾ ਅਤੇ ਫਿਰ ਕਹੋਗੇ ਰੇਸਿਜ਼ਮ ਹੋ ਰਿਹਾ। ਮੈਂ ਗੱਲਾਂ ਇਸ ਲਈ ਕਰ ਸਕਦਾ ਕਿ ਮੈਂ ਖੁਦ ਪੰਜਾਬੀ ਹਾਂ ਅਤੇ ਸ਼ਾਇਦ ਇਹ ਮੇਰੇ ਕੋਲ ਇੱਕ ਫੈਸਿਲਿਟੀ ਹੈ ਗੱਲ ਕਰਨ ਦੀ। ਇਹ ਸਾਨੂੰ ਕੀ ਸੋਚਣਾ ਨਹੀਂ ਚਾਹੀਦਾ ਕਿ ਉਸ ਪਾਸੇ ਲਾਸ਼ਾਂ ਚੁੱਕੀਆਂ ਜਾ ਰਹੀਆਂ ਅਤੇ ਇੱਥੇ ਜਸ਼ਨ ਹੋ ਰਹੇ ਨੇ। ਲੇਕਿਨ ਕਿਉਂਕਿ ਸਾਨੂੰ ਸੂਟ ਕਰਦਾ, ਤਾਂ ਬਹਰਹਾਲ ਇੰਡੀਆ ਵਾਲੇ ਜਿਹੜੇ ਨੇ ਜਨਾਬ ਉਹ ਭੇਜੇ ਨੇ, ਉਹਨਾਂ ਨੇ ਵਫਦ ਆਪਣਾ ਭੇਜਿਆ ਪੂਰੀ ਦੁਨੀਆ 'ਚ, ਉਹ ਮੁਲਾਕਾਤਾਂ ਕਰ ਰਹੇ ਨੇ। ਸਾਨੂੰ ਵੀ ਭੇਜਣੇ ਚਾਹੀਦੇ ਨੇ ਵਫਦ, ਲੇਕਿਨ ਬੰਦੇ ਦੇ ਪੁੱਤਰਾਂ ਦੇ। ਇਹੋ ਜਿਹੇ ਨਹੀਂ ਭੇਜਣੇ ਚਾਹੀਦੇ ਬੰਦੇ ਜਿਹੜੇ ਉੱਥੇ ਗੱਲ ਹੀ ਨਾ ਕਰ ਸਕਣ। ਜਿਹੜੇ ਗੱਲ ਕਰ ਸਕਦੇ ਨੇ, ਮੁਸ਼ਾਹਿਦ ਹੁਸੈਨ ਸਈਦ, ਨਜਮ ਸੇਠੀ ਵਰਗੇ ਬੰਦੇ ਨੂੰ ਰੱਖੋ, ਭਾਵੇਂ ਸਾਫੀ ਹੈ, ਜਿਹੜਾ ਸਾਫੀ ਮਸਲਨ ਨਸੀਮ ਜ਼ਾਰਾ ਨੂੰ ਰੱਖੋ ਉਸ ਵਫਦ ਦੇ ਵਿੱਚ। ਇਹ ਮੁਲਕੀ ਆਪਣਾ ਆਰਫਾ ਨੂਰ ਨੂੰ ਰੱਖੋ। ਮਤਲਬ ਜਿਹੜੇ ਸਾਫੀ, ਜਿਹੜੇ ਜਾ ਕੇ ਉੱਥੇ ਗੱਲਬਾਤ ਕਰ ਸਕਦੇ ਨੇ। ਚਲੋ ਅਗਰ ਤੁਹਾਡੇ ਕੋਲ ਸਾਰੇ ਪੋਲੀਟੀਸ਼ੀਅਨਸ ਦੇ ਵਿੱਚ ਕੋਈ ਬਹੁਤ ਤਗੜੇ, ਬੇਗਮ ਆਬਦਾ ਹੁਸੈਨ ਹੈ, ਅਗਰ ਉਹ ਟਰੈਵਲ ਕਰ ਸਕਦੇ ਨੇ, ਉਹਨਾਂ ਨੂੰ ਆਪਣੇ ਸ਼ਮਸ਼ਾਦ ਅਹਿਮਦ ਸਾਹਿਬ ਨੇ ਜਾਂ ਹੋਰ ਫੋਰਨ ਸੈਕਟਰੀ ਸਾਡੇ ਪੁਰਾਣੇ ਨੇ, ਉਹਨਾਂ ਨੂੰ ਇੱਕ ਅੱਧੇ ਨੂੰ ਹਰ ਵਫਦ ਦੇ ਵਿੱਚ ਇੱਕ ਅੱਧਾ ਬਿਊਰੋਕਰੇਟ ਰੱਖੋ ਫੋਰਨ ਆਫਿਸ ਦਾ, ਔਰ ਇਹਨਾਂ ਨੂੰ ਇਕੱਠੇ 4-4 5-5 ਦੇ ਬਣਾ ਕੇ ਘੱਲੋ ਪੂਰੀ ਦੁਨੀਆ ਦੇ ਵਿੱਚ, ਲੋਕਾਂ ਨਾਲ ਇੰਗੇਜ ਕਰਨ, ਲੋਕਾਂ ਨੂੰ ਦੱਸਣ ਆਪਣੀ ਸਾਈਡ ਆਫ ਸਟੋਰੀ। ਲੇਕਿਨ ਅਸੀਂ, ਸਾਡੇ ਡੀ ਸਾਹਿਬ ਜਨਾਬ ਇੱਕ ਯੂਨੀਵਰਸਿਟੀ ਤੋਂ ਨਿਕਲਦੇ ਨੇ ਦੂਸਰੀ 'ਚੋਂ ਨਿਕਲਦੇ ਨੇ ਤੀਸਰੀ, ਸਾਨੂੰ ਬਸ ਵਕਤ ਪਿਆ ਵੀ ਅਸੀਂ ਆਪਣਾ ਘਰ ਪੂਰਾ ਕਰ ਲਈਏ। ਅਸੀਂ ਇੱਥੇ ਲੋਕਾਂ ਨੂੰ ਚੂਨਾ ਲਾ ਲਈਏ, ਕੱਥਾ ਵੀ ਲਾ ਲਈਏ ਅਤੇ ਚੂਨਾ ਵੀ ਲਾ ਲਈਏ। ਇੱਥੇ ਲੋਕਾਂ ਨੂੰ ਦੱਸੀਏ ਵੀ ਵੇਖੋ ਲੋਕੀ ਸਾਡੇ ਨਾਲ ਨੇ, ਇਮਰਾਨ ਖਾਨ ਨਾਲ ਨਹੀਂ। ਜੱਫੀਆਂ ਪੈਣ ਦੀਆਂ ਤਸਵੀਰਾਂ ਉੱਤੇ, ਬਾਜੀ ਜਿਹੜੀ ਜਾ ਕੇ ਉਹ ਯੂਨੀਵਰਸਿਟੀਆਂ ਜੱਫੀਆਂ ਪਾਈ ਆਉਂਦੀ ਹੈ ਕੁੜੀਆਂ ਦੇ ਨਾਲ, ਅਤੇ ਡੀ ਸਾਹਿਬ ਜਾ ਕੇ ਮੁੰਡਿਆਂ ਨਾਲ ਜੱਫੀਆਂ ਪਾਈ ਜਾਂਦੇ ਨੇ। ਸਕ੍ਰਿਪਟ ਇੱਕੋ ਹੀ ਹੈ, ਐਕਟਰ ਇਹ ਅਲੱਗ ਨੇ। ਇਹਨਾਂ ਨੂੰ ਇੱਥੇ ਲੋਕਾਂ ਨੂੰ ਕਿਵੇਂ ਅਸੀਂ ਆਪਣੇ ਵੱਲ ਨੂੰ ਖਿੱਚ ਲਈਏ, ਇੰਨਾ ਹੀ ਕੰਮ ਹੈ, ਇੰਨੀ ਗੱਲ ਹੈ। ਇਹਨਾਂ ਨੂੰ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ। ਪਾਣੀ ਇੰਡੀਆ ਨੇ ਬੰਦ ਕਰ ਛੱਡਿਆ, ਬੱਚਿਆਂ ਦੀਆਂ ਲਾਸ਼ਾਂ ਚੁੱਕਣ ਡਏ, ਇੱਥੇ ਧਮਾਲਾਂ ਪਾਈਆਂ ਨੇ ਲਾਚੇ ਪਾ ਕੇ ਜਨਾਬ। ਉਹ ਕੱਲ੍ਹ ਹੁਸਨ ਦੀ ਕਲਾਸ਼ਨਕੋਫ ਚੱਲਣ ਡਿਆ ਸੀ ਕੰਮ, ਅੱਜ ਜਨਾਬ ਅਬਰਾਰੁਲ ਹਕ ਸਾਹਿਬ ਨੇ ਅਤੇ ਦੂਜਿਆਂ ਨੇ ਜਿਹੜਾ ਉਹ ਆਪਣਾ ਫਾਂਡਾ ਫੇਰਿਆ ਹੋਇਆ। ਮੈਂ ਯਕੀਨ ਕਰੋ, ਮੈਨੂੰ ਬੜੀ ਹੈਰਾਨੀ ਹੋਈ ਜਿਸ ਵੇਲੇ ਮੈਂ ਅਬਰਾਰੁਲ ਹਕ ਸਾਹਿਬ ਨੂੰ, ਉਹ ਚੱਲ ਭਾਈ ਤੂੰ ਚਲਾ ਹੀ ਗਿਆ ਸੀ, ਗਾਉਣ ਹੀ ਗਾ ਲੈਂਦਾ, ਏਡਾ ਚਾਹ ਤੈਨੂੰ। ਜਿਹਨੂੰ ਲੀਡਰ ਕਹਿੰਦੇ ਉਹਦਾ ਮੁਕੱਦਮਾ ਨਹੀਂ ਸੁਣਿਆ ਜਾ ਰਿਹਾ। ਉਹ ਜਿਹੜੇ ਆਪਣੇ ਜੱਜ ਸਾਹਿਬ ਨੇ ਜਿਨ੍ਹਾਂ ਨੂੰ ਲੈ ਕੇ ਆਏ ਡੋਗਰ ਸਾਹਿਬ, ਹਾਲਾਂਕਿ ਡੋਗਰ ਚੰਗੇ ਬੰਦੇ ਹੁੰਦੇ ਨੇ, ਪਰ ਇਹ ਡੋਗਰ ਸਾਹਿਬ, ਸਰਫਰਾਜ਼ ਡੋਗਰ ਸਾਹਿਬ ਪਤਾ ਨਹੀਂ ਕਿਹੜੇ ਡੋਗਰਾਂ 'ਚੋਂ ਨੇ, ਆਪਣੀ ਕੀਤੀ ਗੱਲ 'ਤੇ ਵੀ ਨਹੀਂ ਖਲੋਂਦੇ। ਪਿਛਲੇ ਹਫ਼ਤੇ ਚੇਤੇ ਕਰੋ ਜੀ, ਇਸ ਵੇਲੇ MPA ਔਰ MNA ਸਾਰੇ ਉੱਥੇ ਗਏ, ਅਲੀਮਾ ਖਾਨਮ ਸਾਹਿਬਾ ਵੀ ਗਈਆਂ ਔਰ ਉੱਥੇ ਇਹਤਜਾਜ ਕੀਤਾ। ਅਤੇ ਇਹਨਾਂ ਨੇ ਬੈਰਿਸਟਰ ਸਲਮਾਨ ਅਕਰਮ ਰਾਜਾ, ਇਹਨਾਂ ਨੇ ਸੈਨੇਟਰ ਅਲੀ ਜ਼ਫਰ ਔਰ ਬੈਰਿਸਟਰ ਗੌਹਰ ਨਾਲ ਵਾਅਦਾ ਕੀਤਾ ਕਿ ਮੈਂ ਸੁਣਾਂਗਾ ਮੁਕੱਦਮਾ। ਲਿਸਟ ਕਰਦੇ ਨੇ, ਫਿਰ ਡੀਲਿਸਟ ਕਰ ਦਿੰਦੇ ਨੇ। ਹੁਣ 2 ਦਿਨ ਬਾਅਦ ਛੁੱਟੀਆਂ ਹੋ ਜਾਣੀਆਂ, ਅਦਾਲਤਾਂ ਬੰਦ ਅਗਲੇ 3 ਮਹੀਨੇ। ਇਮਰਾਨ ਖਾਨ ਸਾਹਿਬ ਉਸੇ ਹੀ ਚੈਂਬਰ ਦੇ ਵਿੱਚ, ਅਤੇ ਕੱਲ੍ਹ ਉਹਨੇ ਨੱਚ ਕਮਲਾ ਹੋ ਗਿਆ ਸਾਡਾ ਅਬਰਾਰੁਲ ਹਕ। ਉਹ ਜੱਟਾਂ ਦਾ ਮੁੰਡਾ ਹੈ, ਕੋਈ ਥੋੜ੍ਹਾ ਜਿਹਾ ਵੀਰ ਮੇਰਿਆ ਖਲੋ ਜਾਂਦਾ, ਪੈਰ ਲਾ ਲੈਂਦਾ ਇਮਰਾਨ ਖਾਨ ਨਾਲ, ਕਿੱਡਾ ਘਾਟਾ ਪੈ ਜਾਣਾ ਸੀ ਮੈਨੂੰ ਦੱਸ ਮੇਰਾ ਵੀਰ। ਹੱਦ ਹੈ। ਮੇਰੀ ਸਮਝ ਤੋਂ ਬਾਹਰ ਹੈ ਵੀ ਅਸੀਂ ਇਹ ਸੁਣਿਆ ਸੀ ਕਿ ਖੂਨ ਸਫੇਦ ਹੋ ਗਏ ਨੇ, ਲੇਕਿਨ ਇੰਜ ਨਹੀਂ ਸੁਣਿਆ। ਲੋਕੀ ਆਪਣੀ ਇੱਜ਼ਤ ਨੂੰ ਵੀ ਖੜੇ ਹੁੰਦੇ ਨੇ। ਚਲੋ ਛੱਡੋ ਦੂਜੇ ਨਾਲ ਪਿਆਰ ਮੁਹੱਬਤ, ਦੂਜੇ ਨਾਲ ਚਲੋ ਰਹਿਣ ਦਿਓ, ਆਪਣੀ ਵੀ ਤਾਂ ਕਣਕ ਹੈ ਨਾ, ਆਪਣੇ ਆਪ ਨੂੰ ਵੀ ਤਾਂ ਜਵਾਬ ਦੇਣਾ ਹੈ ਨਾ, ਆਪ ਵੀ ਤਾਂ ਸੁਸਾਇਟੀ 'ਚ ਖਲੋਣਾ ਹੈ। ਅਤੇ ਬਹਰਹਾਲ ਮੇਰੀ ਸਮਝ ਤੋਂ ਬਾਹਰ ਹੈ ਜੋ ਕੁਝ ਹੁੰਦਾ। ਲੇਕਿਨ ਅੱਗੇ ਚੱਲਦੇ ਜੀ। ਹੁਣ ਅਗਲੀ ਖਬਰ ਤੁਹਾਡੇ ਸਾਹਮਣੇ ਇੰਗਲੈਂਡ ਤੋਂ ਰੱਖਣੀ। ਉੱਥੇ ਮਾਹਿਰਾ ਖਾਨ ਸਾਹਿਬਾ ਜਿਹੜੀਆਂ, ਉਹਨਾਂ ਦੇ ਨਾਲ ਕੱਲ੍ਹ ਬੜਾ ਧੱਕਾ ਹੋਇਆ। ਅੱਛਾ, ਇਹ
ਧੱਕਾ ਜਿਹੜਾ ਉਹ ਇੰਗਲੈਂਡ ਦੇ ਵਿੱਚ ਹੋਇਆ, ਮੇਰੇ ਖਿਆਲ ਕੋਈ ਆਪਣੀ ਫਿਲਮ ਦੀ ਸ਼ੂਟਿੰਗ ਵੂਟਿੰਗ ਤੇ ਉੱਥੇ ਗਈਆਂ ਸਨ। ਲੇਕਿਨ ਇਹਦੇ 'ਚੋਂ ਸਿਰਫ ਮੈਂ ਜਿਹੜੀ ਗੱਲ ਕੱਢਣਾ ਚਾਹੁੰਦਾ ਇਹ ਵੀ ਜਦੋਂ ਕੋਈ ਵੀ ਬੰਦਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ, ਉਹ ਮਠਿਆਈ ਥੋੜ੍ਹੀ ਹੁੰਦਾ, ਉਹਨੂੰ ਖਾਣਾ ਥੋੜ੍ਹੀ ਹੁੰਦਾ। ਇਹ ਇੰਗਲੈਂਡ ਦੇ ਵਿੱਚ ਮੇਰੇ ਨਾਲ ਵੀ 2-3 ਵਾਰੀ ਇਹ ਕੰਮ ਹੋਇਆ। ਇੱਕ ਵਾਰੀ ਤਾਂ ਸੱਟ ਲੱਗ ਗਈ ਸੀ, ਚੇਤੇ ਕਰੋ ਤੁਸੀਂ, ਮੈਂ ਜ਼ਖਮੀ ਹੋ ਗਿਆ ਸਾਂ। ਉਹ ਮਕਸਦ ਇਹ ਕਿ ਸਾਰੇ ਪਿਆਰ ਕਰਨ ਵਾਲੇ ਹੀ ਹੁੰਦੇ ਨੇ ਦੋਸਤ ਸਾਰੇ, ਜਿਹੜੇ ਕੋਈ ਤਸਵੀਰ ਲੈਣਾ ਚਾਹੁੰਦਾ, ਕੋਈ ਗੱਲ ਕਰਨਾ ਚਾਹੁੰਦਾ, ਜ਼ਿਆਦਾ ਤਸਵੀਰ ਦਾ ਰੌਲਾ ਹੁੰਦਾ। ਲੇਕਿਨ ਉਹ ਉਸ ਵੇਲੇ ਐਸੀ ਸਾਈਕੀ ਡਿਵੈਲਪ ਹੁੰਦੀ ਹੈ ਕਿ ਫਿਰ ਧੱਕੇ ਮਾਰਦੇ ਨੇ, ਧੱਕੇ ਇੱਕ ਦੂਸਰੇ ਨੂੰ ਮਾਰਦੇ ਨੇ ਪਹੁੰਚਣ ਲਈ, ਫਿਰ ਵਿੱਚ ਤੁਹਾਨੂੰ ਵੀ ਮਾਰਨਾ ਸ਼ੁਰੂ ਕਰ ਦਿੰਦੇ ਨੇ। ਮਤਲਬ ਇੱਕ ਵਾਰੀ ਜਨਾਬ ਜਿਵੇਂ ਰੂਮ ਪਿੰਜੀਦਾ ਹੈ ਨਾ, ਬੰਦੇ ਨੂੰ ਪਿੰਜ ਕੇ ਰੱਖ ਦਿੰਦੇ ਨੇ। ਥੋੜ੍ਹਾ ਜਿਹਾ ਖਿਆਲ ਕਰਿਆ ਕਰੋ। ਮਤਲਬ ਉਹਨੂੰ ਇੱਕ ਖਾਤੂਨ ਹੈ, ਪਾਕਿਸਤਾਨ ਦਾ ਇਮੇਜ ਕੀ ਜਾਏਗਾ, ਐਕਟਰੈਸ ਹੈ, ਆਪਣਾ ਕੰਮ ਕਰ ਰਹੀ ਹੈ, ਉੱਥੇ ਉਹਦੀ ਸਿਕਿਉਰਿਟੀ ਦੇ ਜਿਹੜੇ ਹਾਲਾਤ ਬਣਾਏ ਨੇ, ਅਤੇ ਇਹ ਬੜੇ ਅਫਸੋਸਨਾਕ ਮਨਾਜ਼ਰ ਨਜ਼ਰ ਆਏ ਨੇ। ਮੈਂ ਲੋਕਾਂ ਦੇ ਕੋਲੋਂ ਇਹ ਰਿਕੁਐਸਟ ਕਰਾਂਗਾ ਕਿ ਜਦੋਂ ਵੀ ਕੋਈ ਬੰਦਾ, ਯਕੀਨ ਕਰੋ ਕਿ ਮੈਂ ਉੱਥੇ ਪੈਰਿਸ ਦੇ ਵਿੱਚ ਇੱਕ ਇhtਜਾਜ ਕੀਤਾ, ਅਤੇ ਉੱਥੋਂ ਜਿਸ ਵੇਲੇ ਮੈਂ ਸਟੇਜ ਤੋਂ ਉਤਰ ਕੇ ਤੁਰਿਆ ਅਤੇ ਉਹ ਪਬਲਿਕ ਸਾਰੀ ਇਹੀ ਕੰਮ ਜਿਹੜਾ ਇਸ ਤੋਂ ਖਤਰਨਾਕ ਕੰਮ ਹੋ ਗਿਆ ਸੀ ਉੱਥੇ। ਅਤੇ ਮੇਰੇ ਕੋਲ ਇੱਕ ਹੀ ਰਾਹ ਸੀ ਕਿ ਜਾਂ ਤਾਂ ਫਿਰ ਮੈਂ ਕਾਬੂ ਆ ਜਾਂਦਾ ਅਤੇ ਜਾਂ ਮੈਂ ਭੱਜ ਪੈਂਦਾ। ਮੈਂ ਫਿਰ ਦੌੜਿਆ। ਸਾਡੇ ਉਹ ਪਿਆਰ ਕਰਨ ਵਾਲੇ ਵੋਟਰ ਸਪੋਰਟਰ ਨੇ ਸਾਰੇ, ਲੇਕਿਨ ਉਹ ਪਿਆਰ ਦੇ ਵਿੱਚ ਕੰਮ ਜਿਹੜਾ ਨਾ ਉਹ ਫਿਰ ਦੂਸਰੇ ਪਾਸੇ ਨੂੰ ਹੋ ਜਾਂਦਾ ਹੈ, ਕਿਉਂਕਿ ਇੱਕ ਦੂਜੇ ਨਾਲ ਲੜਦੇ ਨੇ, ਧੱਕੇ ਮਾਰਦੇ ਨੇ, ਉਹਦੇ ਵਿੱਚ ਹੀ ਕਿਸੇ ਦੀ ਕੋਹਣੀ ਤੁਹਾਨੂੰ ਵੱਜਦੀ ਹੈ, ਕਿਸੇ ਦਾ ਪੈਰ ਤੁਹਾਡੇ ਪੈਰਾਂ ਦੇ ਉੱਤੇ ਰੱਖ ਦਿੰਦੇ ਨੇ, ਤੁਹਾਡੇ ਕੋਈ ਪੈਰ ਨੂੰ ਫ੍ਰੈਕਚਰ ਹੋ ਜਾਏ, ਕੋਈ ਹੋਰ ਮਾਮਲੇ ਸ਼ੁਰੂ ਹੋ ਜਾਂਦੇ ਨੇ ਉੱਥੇ, ਲੜਾਈਆਂ ਝਗੜੇ, ਉਹਦੀ ਜ਼ਦ 'ਚ ਤੁਸੀਂ ਵੀ ਆ ਜਾਂਦੇ ਹੋ, ਉਹ ਬਚਣਾ ਫਿਰ ਔਖਾ ਹੋ ਜਾਂਦਾ। ਤਾਂ ਮੈਂ ਸਾਹਮਣੇ ਉਹ ਇੱਕ ਜਗ੍ਹਾ ਸੀ ਚੌਕ ਦੇ ਵਿੱਚ, ਉਸ ਤੋਂ ਮੈਂ ਜਦੋਂ ਨਿਕਲਿਆ ਤਾਂ ਸਾਹਮਣੇ ਇੱਕ ਟੈਕਸੀ ਸੀ। ਉਹ ਜਿਸ ਵੇਲੇ ਮੈਂ ਤੇਜ਼ੀ ਨਾਲ ਜਾ ਰਿਹਾ ਸਾਂ ਅਤੇ ਮੇਰੇ ਪਿੱਛੇ ਇੱਕ ਪੂਰਾ ਹਜੂਮ ਆ ਰਿਹਾ ਸੀ, ਅਤੇ ਉਹ ਟੈਕਸੀ ਵਾਲੇ ਨੇ ਟੈਕਸੀ ਡੱਕੀ, ਉਹ ਪਾਕਿਸਤਾਨੀ ਸੀ, ਉਹਨੇ ਦਰਵਾਜ਼ਾ ਖੋਲ੍ਹਿਆ, ਉਹਦੇ 'ਚ ਮੈਂ ਬੈਠਾ, ਅਤੇ ਉਹ ਮੈਨੂੰ ਅੱਗੇ ਜਾ ਕੇ ਉਹਨੇ ਫਿਰ ਟੈਕਸੀ ਰੋਕੀ ਰੱਖੀ, ਜਦੋਂ ਤੱਕ ਦੂਸਰੇ ਸਾਥੀ ਆ ਨਹੀਂ ਗਏ। ਅਤੇ ਉਸ ਤਰ੍ਹਾਂ ਨਿਕਲੇ। ਅਤੇ ਥੋੜ੍ਹਾ ਜਿਹਾ ਜਿਹੜਾ ਬੰਦਾ ਪ੍ਰਾਹੁਣਾ ਆਇਆ ਹੁੰਦਾ ਹੈ, ਉਹਨੂੰ ਥੋੜ੍ਹਾ ਜਿਹਾ ਰਾਹ ਦਿਆ ਕਰੋ। ਪਿਆਰ ਮੁਹੱਬਤ ਤੁਹਾਡਾ ਸਿਰ ਅੱਖਾਂ 'ਤੇ ਇਹ ਬੜਾ ਵੱਡਾ ਸਰਮਾਇਆ ਹੈ ਜਦੋਂ ਤੁਸੀਂ ਕਿਸੇ ਨਾਲ ਵੀ ਪਿਆਰ ਕਰਦੇ ਹੋ। ਕੋਈ ਸਿਆਸਤਦਾਨ ਹੈ, ਕੋਈ ਕ੍ਰਿਕਟਰ ਹੈ, ਕੋਈ ਐਕਟਰ ਹੈ, ਐਕਟਰੈਸ ਹੈ, ਲੇਕਿਨ ਥੋੜ੍ਹੀ ਪਰਸਨਲ ਸਪੇਸ ਦਾ ਵੀ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੋ। ਅੱਛਾ ਜੀ, ਅਗਲੇ ਪਾਸੇ ਚੱਲਨੇ ਜ਼ਰਾ। ਅਗਲੀ ਖਬਰ ਇਹ ਹੈ ਕਿ ਅਬਸਾਰ ਆਲਮ ਸਾਹਿਬ ਕਹਿੰਦੇ ਨੇ ਕਿ ਵਿਚਲੀ ਗੱਲ ਇਹ ਹੈ ਕਿ ਪਾਕਿਸਤਾਨ ਨੇ ਇੰਡੀਆ ਦੇ ਬਹੁਤ ਸਾਰੇ ਦਿਹਾਤ 'ਤੇ ਕੀਤਾ ਹੈ ਕਬਜ਼ਾ। ਉਹਨਾਂ ਕਿਹਾ ਇੰਡੀਆ ਦੇ ਬੜੇ ਸਾਰੇ ਪਿੰਡ ਜਿਹੜੇ ਨਾ ਦਿਹਾਤ ਇਲਾਕੇ ਨੇ, ਉਹਨਾਂ 'ਤੇ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਹੈ। ਇੰਡੀਆ ਇਹ ਗੱਲ ਦੁਨੀਆ ਨੂੰ ਦੱਸਦਾ ਨਹੀਂ। ਉਹ ਜਿਹੜੀ ਹੁੰਦੀ ਨਹੀਂ ਪੰਜਾਬੀ 'ਚ, ਦੱਸੀ ਨਾ, ਵਿਚਲੀ ਗੱਲ ਤੈਨੂੰ ਦੱਸੀ ਹੈ ਪਰ ਗਾਂ ਭੈਣੇ ਦੱਸੀ ਨਾ, ਉਹ ਭੈਣ ਉੱਥੋਂ ਉੱਠ ਕੇ ਪੂਰੇ ਪਿੰਡ ਨੂੰ ਦੱਸਦੀ ਹੈ। ਅਬਸਾਰ ਆਲਮ ਸਾਹਿਬ ਵੀ ਐਡੇ ਇੱਕ ਵੱਡੇ ਝੂਠੇ ਨੇ, ਮੈਂ ਆਨਾ ਵੀ ਐਡਾ ਝੂਠਾ ਬੰਦਾ ਮੈਂ ਦੁਨੀਆ 'ਚ ਕੋਈ ਨਹੀਂ ਵੇਖਿਆ। ਐਡੇ ਵੱਡੇ ਝੂਠੇ ਨੇ ਕਿ ਇਹ ਵੀ ਪੈਰ ਬੰਨ੍ਹ ਕੇ ਝੂਠ ਮਾਰਦੇ, ਲੇਕਿਨ ਮਾਰਨਾ ਵੀ ਚਾਹੀਦਾ। ਉਹਦੀ ਵਜ੍ਹਾ ਹੈ ਕਿ ਫਾਲੋਅਰ ਕਿਹਦੇ, ਨਵਾਜ਼ ਸ਼ਰੀਫ ਸਾਹਿਬ ਦੇ, ਹਜ਼ੂਰ ਇਹ ਹਮ ਵਜ਼ਰਾਏ। ਉਹਨੇ ਗੱਲ ਹੀ ਅੱਗੇ ਟਪਾ ਦਿੱਤੀ। ਉਹਨੇ ਕਿਹਾ ਮਾਮਲਾ ਇਹ ਹੈ ਕਿ ਪਾਕਿਸਤਾਨ ਨੇ ਇੰਡੀਆ ਦੇ ਇਲਾਕੇ ਕਬਜ਼ੇ 'ਚ ਕੀਤੇ ਨੇ, ਇੰਡੀਆ ਦੱਸਦਾ ਨਹੀਂ, ਇਸ ਵਜ੍ਹਾ ਤੋਂ ਕੰਮ ਗਾਹ ਨਹੀਂ ਤੁਰਨ ਡਿਆ। ਅੱਛਾ ਜੀ, ਚਲੋ ਮੰਨ ਲੈਨੇ ਇਸ ਗੱਲ ਨੂੰ। ਅੱਛਾ ਜੀ, ਬਿਜਲੀ ਚੋਰੀ ਦੇ ਨਵੇਂ ਆਏ ਨੇ ਹੁਣ ਅਦਾਦੋ ਸ਼ੁਮਾਰ। ਖੈਬਰ ਪਖਤੂਨਖਵਾ ਨੂੰ ਕਹਿੰਦੇ ਨੇ ਜੀ ਸਭ ਤੋਂ ਜ਼ਿਆਦਾ ਬਿਜਲੀ ਚੋਰੀ ਕਰਦਾ ਹੈ, ਇਲਜ਼ਾਮ ਲਾਉਂਦੇ ਨੇ। ਉੱਥੋਂ ਬਿੱਲ ਨਹੀਂ ਦਿੰਦੇ ਲੋਕੀ ਅਤੇ ਬਿਜਲੀ ਚੋਰੀ। ਇਹ ਜ਼ਰਾ ਹੁਣ ਵੇਖਣਾ ਤਾਂ ਤੁਸੀਂ ਹੈਰਾਨ ਹੋਵੋਗੇ। ਇਸ ਸੂਬਾਈ ਹੁਕੂਮਤ ਨੇ ਬਿਜਲੀ ਦੇ ਬਿੱਲ ਦੀ ਆਪਣੀ ਮੱਧ ਦੇ ਵਿੱਚ ਕਿੰਨੇ ਪੈਸੇ ਦੇਣੇ? ਸਿੰਧ ਨੇ 67 ਅਰਬ, ਬੱਲੇ ਹੋ ਸ਼ੇਰ ਬਗੇ ਹੋ, 67 ਬਿਲੀਅਨ। ਪੰਜਾਬ 42 ਅਰਬ, ਬਲੋਚਿਸਤਾਨ 42 ਅਰਬ ਹੈ। ਬਲੋਚਿਸਤਾਨ ਨੇ ਕੰਮ ਚੁੱਕਿਆ, ਆਬਾਦੀ ਦੇ ਲਿਹਾਜ਼ ਨਾਲ ਇਹਦਾ ਬਹੁਤ ਬਿੱਲ ਹੈ ਬਲੋਚਿਸਤਾਨ, ਲੇਕਿਨ ਖੈਬਰ ਪਖਤੂਨਖਵਾ ਸਿਰਫ 10 ਅਰਬ। ਕੁੱਲ ਬਕਾਇਆਜਾਤ 161 ਅਰਬ। ਇਹ ਡੌਨ ਨੇ 24 ਮਈ 2025 ਨੂੰ ਇਹ ਸਟੋਰੀ ਜਿਹੜੀ ਉਹ ਪਬਲਿਸ਼ ਕੀਤੀ ਹੈ, ਅਤੇ ਤੁਸੀਂ ਇੱਥੋਂ ਆਪ ਹਿਸਾਬ ਲਾ ਲਓ ਕਿ ਮਾਮਲਾ ਜਿਹੜੇ ਨੇ ਇੱਥੇ ਸਾਨੂੰ ਕੀ ਦੱਸਦੇ ਨੇ। ਅੱਛਾ ਜੀ, ਅਗਲੀ ਖਬਰ ਇਹ ਕਿ ਲਾਹੌਰ ਦੇ ਵਿੱਚ ਦਬਾ ਕੇ ਜਾਲੀ ਮੈਡੀਸਨਸ ਮਿਲ ਰਹੀਆਂ ਨੇ ਇਸ ਵੇਲੇ। ਇੱਥੇ ਹੀ ਬਣਦੀਆਂ ਨੇ, ਕੋਈ ਸ਼ਦਰੇ ਬਣਦੀ ਹੈ ਅਤੇ ਕੋਈ ਕਿਤੇ ਬਣਦੀ ਹੈ, ਅਤੇ ਉਹਨਾਂ ਦੇ ਉੱਤੇ ਜਿਹੜੇ ਬਾਹਰ ਦੀਆਂ ਕੰਪਨੀਆਂ ਦੇ ਲੇਬਲ ਲਾ ਕੇ ਅਤੇ ਜ਼ਰਾ ਧਿਆਨ ਨਾਲ ਦਵਾਈ ਲਿਆ ਕਰੋ। ਜਿਹੜੀ ਵੀ ਦੁਕਾਨ ਤੋਂ, ਮੈਡੀਕਲ ਸਟੋਰ ਤੋਂ, ਮਤਲਬ ਜਿੱਥੋਂ ਵੀ ਲੈਂਦੇ ਜੇ, ਉਹ ਧਿਆਨ ਨਾਲ ਮੈਡੀਸਨ ਲਵੋ, ਕਿਉਂਕਿ ਇਸ ਵੇਲੇ ਹਰ ਪਾਸੇ ਇਹ ਦੁਨੀਆ ਨਿਊਜ਼ ਨੇ ਇਹਨੂੰ ਰਿਪੋਰਟ ਕੀਤਾ ਹੈ ਕਿ ਹਰ ਪਾਸੇ ਜਿਹੜਾ ਉਹ ਜਾਲੀ ਜਿਹੜੀ ਹੈ ਉਹ ਦਵਾਈਆਂ ਵਿਕ ਰਹੀਆਂ ਨੇ। ਲਓ ਜੀ, ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ, ਅਤੇ ਰੱਬ ਰੱਖਾ।